ਕੱਲ੍ਹ ਦੀ ਇੱਕ ਹੋਰ ਖਬਰ ਬਹੁਤ ਚਰਚਾ ਦੇ ਵਿੱਚ ਆ ਕਿ ਔਰਤਾਂ ਕੈਨੇਡੀਅਨ ਫੌਜ ਦੇ ਵਿੱਚ ਜਦੋਂ ਕੰਮ ਕਰਦੀਆਂ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਕੈਨੇਡਾ ਦੀ ਫੌਜ ਵਿੱਚ ਔਰਤਾਂ ਦੇ ਨਾਲ ਬਹੁਤ ਸਾਰਾ ਦੁਰਵਿਵਹਾਰ ਹੁੰਦਾ, ਸੈਕਸ਼ੁਅਲ ਅਸੌਲਟ ਹੁੰਦੇ ਆ, ਉਹਨਾਂ ਦੇ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਕਿ ਜਿਹੜੀਆਂ ਕੀਤੀਆਂ ਨਹੀਂ ਜਾਣੀਆਂ ਚਾਹੀਦੀਆਂ। ਇਹਦੇ ਬਾਰੇ ਰਿਪੋਰਟਸ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਆਉਂਦੀਆਂ ਰਹੀਆਂ। ਸਵਾਲ ਉੱਠਦੇ ਰਹੇ ਆ ਸਰਕਾਰ ਦੇ ਉੱਤੇ, ਇਹਦੇ ਲਈ ਕਈ ਪ੍ਰਬੰਧ ਕੀਤੇ ਜਾਂਦੇ ਰਹੇ ਆ, ਪਰ ਉਹਦਾ ਕੋਈ ਵੀ ਹੱਲ ਨਹੀਂ ਨਿਕਲਿਆ। ਆਰਬਰ ਨੇ ਇੱਕ ਜਿਹੜੀ ਰਿਪੋਰਟ ਦਿੱਤੀ ਹੈ ਇਸ ਵੇਲੇ, ਉਹਦੇ ਵਿੱਚ ਇਹ ਕਿਹਾ ਗਿਆ ਕਿ ਸਾਨੂੰ ਕੈਨੇਡਾ ਦੇ ਵਿੱਚ ਕੈਨੇਡੀਅਨ ਫੌਜਾਂ ਦੇ ਵਿੱਚ ਇੱਕ ਸਾਨੂੰ ਇਸ ਸੱਚਾਈ ਦਾ ਸਾਹਮਣਾ ਕਰਨਾ ਪਊਗਾ ਕਿ ਜਿਹੜੀਆਂ ਔਰਤਾਂ ਉਹਦੀਆਂ ਮੈਂਬਰਸ ਨੇ ਉਹਨਾਂ ਨੂੰ ਬਰਾਬਰਤਾ ਮਿਲਣੀ ਚਾਹੀਦੀ ਹੈ। ਇੱਥੋਂ ਤੱਕ ਕਿਹਾ ਗਿਆ ਕਿ ਉਹਨਾਂ ਨੂੰ ਆਪਣੇ ਆਪ ਨੂੰ ਇੱਕ ਗੈਸਟ ਵਾਂਗੂ ਉੱਥੇ ਮਹਿਸੂਸ ਨਹੀਂ ਕਰਨਾ ਚਾਹੀਦਾ, ਸਗੋਂ ਉਹਨਾਂ ਨੂੰ ਆਪਣੀ ਜਿਹੜੀ ਇਹ ਮਰਦ ਪ੍ਰਧਾਨ ਸੰਸਥਾਵਾਂ ਨੇ ਇਹਨਾਂ ਦੇ ਵਿੱਚ, ਜਿਹਦੇ ਵਿੱਚ ਕਿ ਕੈਨੇਡਾ ਦੀ ਫੌਜ ਦਾ ਵੀ ਨਾਂ ਆਉਂਦਾ ਕਿ ਇਸ ਸਮੇਂ ਦੇ ਵਿੱਚ 2022 ਦੇ ਵਿੱਚ ਇਸ ਗੱਲਬਾਤ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਫੌਜ ਦੇ ਵਿੱਚ ਔਰਤਾਂ ਨੂੰ ਸੈਕਸੁਅਲ ਅਸੌਲਟ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ, ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ, ਨਿੱਜੀ ਸ਼ੋਸ਼ਣ ਕੀਤਾ ਜਾਂਦਾ। ਔਰ ਪਿਛਲੇ ਸਮੇਂ ਦੇ ਵਿੱਚ ਫੌਜ ਦਾ ਅਕਸ ਬਹੁਤ ਜ਼ਿਆਦਾ ਖਰਾਬ ਹੋਇਆ ਇਸ ਮਾਮਲੇ ਦੇ ਵਿੱਚ। ਜਿੰਨੇ ਮਤਲਬ ਇਹ ਵੀ ਜਿਹੜੇ ਮਾਹਿਰ ਐਕਸਪਰਟ ਇਹ ਦੱਸਦੇ ਆ ਕਿ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਇੰਨੀਆਂ ਮਾੜੀਆਂ ਹਰਕਤਾਂ ਨਹੀਂ ਹੋਈਆਂ, ਮਤਲਬ ਔਰਤਾਂ ਦਾ ਜਿਨਸੀ ਸ਼ੋਸ਼ਣ ਨਹੀਂ ਕੀਤਾ ਗਿਆ, ਇੰਨੇ ਮਾਮਲੇ ਵੀ ਕਿਤੇੋਂ ਵੀ ਆਏ ਜਿੰਨੇ ਕੈਨੇਡਾ ਦੀਆਂ ਆਰਮਡ ਫੋਰਸਿਸ ਦੇ ਵਿੱਚੋਂ ਸਾਹਮਣੇ ਆਏ ਆ। 2021 ਤੋਂ ਲਗਾਤਾਰ ਜਿਹੜੇ ਮਾਮਲੇ ਹੁਣ ਤੱਕ ਆਏ ਉਹ ਵੀ ਬਹੁਤ ਜ਼ਿਆਦਾ ਮਾਮਲੇ ਆ। ਇੱਥੇ ਕਿਹਾ ਕਿ 2015 ਦੇ ਵਿੱਚ ਵੀ ਸੁਪਰੀਮ ਕੋਰਟ ਦੀ ਸਾਬਕਾ ਜੱਜ ਮੈਰੀ ਡਿਸਪੈਂਚ ਨੇ ਇਹ ਗੱਲਬਾਤ ਦੱਸੀ ਕਿ ਜਿਨਸੀ ਦੁਰਵਿਹਾਰ ਦੇ ਮਾਮਲੇ ਦਾ ਨਜਿੱਠਣ ਦੇ ਲਈ ਇੱਕ ਰਿਪੋਰਟ ਤਿਆਰ ਕੀਤੀ ਸੀ। ਇਹ ਵੀ ਉਹਨਾਂ ਨੇ ਦੱਸਿਆ ਕਿ ਹੁਣ 15 ਦੇ ਵਿੱਚ ਰਿਪੋਰਟ ਆਈ ਸੀ ਜਿਹਦੇ ਵਿੱਚ ਦੱਸਿਆ ਗਿਆ ਸੀ ਕਿ ਇੱਦਾਂ ਕਰਕੇ ਔਰਤਾਂ ਨਾਲ ਫੌਜ ਦੇ ਵਿੱਚ ਧੱਕਾ ਹੁੰਦਾ। ਹੁਣ 7 ਸਾਲ ਬਾਅਦ ਜਿਹੜੀ ਉਹਨਾਂ ਦੋਸ਼ੀਆਂ ਨੂੰ ਕੀ ਸਜ਼ਾ ਦਿੱਤੀ ਗਈ, ਇਹਦੇ ਮਾਮਲੇ ਵੀ ਕੈਨੇਡਾ ਦੇ ਵਿੱਚ ਕੁਝ ਵੀ ਇਹਨਾਂ ਦੇ ਕੋਲ ਸਾਹਮਣੇ ਨਹੀਂ ਆਇਆ। ਕੈਨੇਡੀਅਨ ਆਰਮਡ ਫੋਰਸਿਸ ਦੇ ਵਿੱਚ ਜਿਹੜੀ ਜਿਨਸੀ ਦੁਰਵਿਹਾਰ ਦੀ ਭਾਸ਼ਾ ਆ ਉਹਦੇ ਬਾਰੇ ਵੀ ਕਈ ਗੱਲਾਂ ਕੀਤੀਆਂ ਗਈਆਂ ਵੀ ਇਹ ਬਹੁਤ ਵਾਈਡ ਆ, ਪਰ ਫਿਰ ਵੀ ਇਹ ਮਤਲਬ ਕਿਸੇ ਦੇ ਨਾਲ ਵੀ ਕੋਈ ਕਿਸੇ ਦੀ ਮਰਜ਼ੀ ਦੇ ਖਿਲਾਫ ਕਿਸੇ ਨੂੰ ਭਾਵੇਂ ਕੁਝ ਬੋਲਿਆ ਜਾਂਦਾ, ਭਾਵੇਂ ਉਹਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ, ਭਾਵੇਂ ਉਹਨੂੰ ਕੁਝ ਵੀ ਕਿਹਾ ਜਾਂਦਾ, ਤਾਂ ਇਹ ਇੱਕ ਮਾੜੀ ਗੱਲ ਆ। ਕੈਨੇਡਾ ਦੀ ਫੌਜ ਦੇ ਵਿੱਚ ਇਹ ਅਜੇ ਵੀ ਹੋ ਰਿਹਾ। ਕੱਲ੍ਹ ਇਹ ਰਿਪੋਰਟ ਆਈ ਆ, ਸਾਲ ਤੋਂ ਜ਼ਿਆਦਾ ਸਮੇਂ ਤੋਂ ਇਹ ਰਿਪੋਰਟ ਉਡੀਕੀ ਜਾ ਰਹੀ ਸੀ ਕਿ ਇਸ ਰਿਪੋਰਟ ਦੇ ਵਿੱਚ ਕੀ ਆਉਂਦਾ ਹੈ, ਅਤੇ ਰਿਪੋਰਟ ਨੇ ਸਾਫ਼-ਸਾਫ਼ ਕਿਹਾ। ਜਿਹੜੀ ਅਪ੍ਰੈਲ ਦੇ ਵਿੱਚ ਵੀ ਇਹਨੇ ਜਸਟਿਸ ਆਰਬਰ ਨੇ ਰਿਪੋਰਟ ਦਿੱਤੀ ਸੀ ਕਿ ਇਹਨਾਂ ਮਾਮਲਿਆਂ ਦੇ ਵਿੱਚ ਨਜਿੱਠਣ ਦੇ ਲਈ ਕੋਈ ਨਾ ਕੋਈ ਸਾਨੂੰ ਰਸਤਾ ਕੱਢਣਾ ਚਾਹੀਦਾ। 400 ਪੇਜਸ ਦੇ ਲਗਭਗ ਇਹ ਰਿਪੋਰਟ ਆ, ਔਰ ਇਸ ਰਿਪੋਰਟ ਦੇ ਵਿੱਚ ਇੱਥੇ ਤੱਕ ਵੀ ਕਿਹਾ ਗਿਆ ਕਿ ਇਹਨਾਂ ਨੂੰ ਦੁਸ਼ਮਣ ਤੋਂ ਬਾਹਰ ਤੋਂ ਉਨਾ ਖਤਰਾ ਨਹੀਂ ਫੌਜ ਦੇ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਜਿੰਨਾ ਇੱਥੇ ਇਹਨਾਂ ਦੇ ਨਾਲ ਧੱਕਾ ਹੋ ਰਿਹਾ। ਕਈ ਦਹਾਕਿਆਂ ਤੋਂ ਮੰਗ ਕੀਤੀ ਜਾ ਰਹੀ। ਦੂਜਾ ਇਹ ਵੀ ਇੱਕ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੇ ਇਹਨਾਂ ਔਰਤਾਂ ਦੇ ਨਾਲ ਛੇੜਛਾੜ ਹੁੰਦੀ ਆ ਫੌਜ ਦੇ ਵਿੱਚ ਨਾ, ਅਫਸਰ ਔਰਤਾਂ ਦੇ ਨਾਲ ਛੇੜਛਾੜ ਹੁੰਦੀ ਆ, ਇਹਦੀ ਜਿਹੜੀ ਜਾਂਚ ਆ ਇਹ ਸਿਵਿਲੀਅਨ ਸਿਸਟਮ ਦੇ ਵਿੱਚ ਆਉਣੀ ਚਾਹੀਦੀ ਹੈ ਕਿ ਜਿਹੜੀਆਂ ਦੂਜੀਆਂ ਕੋਰਟਸ ਬਾਕੀ ਲੋਕਾਂ ਦਾ ਫੈਸਲਾ ਕਰਦੇ ਇਹਨੂੰ ਵੀ ਉਧਰਲੇ ਪਾਸੇ ਦੇਣਾ ਚਾਹੀਦਾ। ਅਤੇ ਉੱਥੇ ਇਹਨਾਂ ਨੂੰ ਫਿਰ, ਕਿਉਂਕਿ ਕੈਨੇਡਾ ਦੀ ਜਿਹੜੀ ਕੈਨੇਡੀਅਨ ਫੌਜ ਦੇ ਵਿੱਚ ਜਿਹੜੀ ਪ੍ਰਣਾਲੀ ਆ ਉਹ ਇਸ ਗੱਲ ਦੇ ਵਿੱਚ ਫੇਲ ਹੋ ਗਈ ਆ ਕਿ ਇਹਨਾਂ ਨੂੰ ਇਨਸਾਫ ਦੇ ਸਕੇ। ਸੋ ਕਿਉਂਕਿ ਬੀਤੇ ਨਵੰਬਰ ਦੇ ਵਿੱਚ ਹੀ ਅਨੀਤਾ ਆਨੰਦ ਡਿਫੈਂਸ ਮਿਨਿਸਟਰ ਸਾਡੇ, ਉਹਨਾਂ ਨੇ ਜਦੋਂ ਅਹੁਦਾ ਸੰਭਾਲਿਆ ਸੀ, ਉਹਨਾਂ ਨੇ ਇਸ ਦੇ ਤਹਿਤ ਕਾਰਵਾਈ ਕਰਦੇ ਜਿਹੜੇ ਫੌਜ ਦੇ ਵਿੱਚ ਚੱਲ ਰਿਹਾ ਜਿਨਸੀ ਸ਼ੋਸ਼ਣ ਦੇ ਇਹਨਾਂ ਦੇ ਮਾਮਲਿਆਂ ਦੀ ਜਾਂਚ ਨੂੰ ਸਿਵਲ ਪੁਲਿਸ ਫੋਰਸ ਆ ਉਹਨੂੰ ਸੌਂਪਣ ਦੇ ਲਈ ਕਹਿ ਦਿੱਤਾ ਗਿਆ ਸੀ। ਸੋ ਹੁਣ ਉਹਨਾਂ ਨੇ ਬਹੁਤ ਸਾਰੀਆਂ ਸਿਫਾਰਿਸ਼ਾਂ ਹੁਣ ਵੀ ਕੀਤੀਆਂ ਆ। ਇਸ ਵੇਲੇ ਆਰਬਰ ਦੀ ਰਿਪੋਰਟ ਨੇ ਇਹਦੇ ਵਿੱਚੋਂ ਕੀ ਇਹਦੇ ਤੋਂ ਬਾਅਦ ਸਾਹਮਣੇ ਆਉਂਦਾ ਆ, ਕੀ ਨਹੀਂ ਆਉਂਦਾ, ਪਰ ਇੱਕ ਗੱਲ ਪੱਕੀ ਆ ਕਿ ਸੈਕਸ਼ੂਅਲ ਮਿਸਕੰਡਕਟ ਦੇ ਵਿੱਚ ਕੈਨੇਡਾ ਦਾ ਜਸਟਿਸ ਸਿਸਟਮ ਫੇਲ ਹੋਇਆ ਕ੍ਰਿਮੀਨਲ ਸੈਕਸ਼ੂਅਲ ਅਫੈਂਸਿਸ ਦੇ ਵਿੱਚ, ਅਤੇ ਇਹਨਾਂ ਸਾਰਿਆਂ ਨੂੰ ਹੁਣ ਕਹਿੰਦੇ ਕਿ ਸਿਵਿਲੀਅਨ ਜਸਟਿਸ ਸਿਸਟਮ ਦੇ ਵਿੱਚ ਦੇ ਦੇਣਾ ਚਾਹੀਦਾ ਆ। ਇਹਦੇ ਨਾਲ ਕੁਛ ਨਾ ਕੁਛ ਸ਼ਾਇਦ ਇਹਨਾਂ ਔਰਤਾਂ ਨੂੰ ਇਨਸਾਫ ਮਿਲ ਸਕੇ। ਬਦਨਾਮੀ ਸਰਕਾਰ ਦੀ ਕੈਨੇਡਾ ਦੀ ਇਸ ਮਾਮਲੇ ਦੇ ਵਿੱਚ ਬਹੁਤ ਹੋ ਚੁੱਕੀ ਆ। ਅਪ੍ਰੈਲ 2015 ਦੇ ਵਿੱਚ ਜਦੋਂ ਉਸ ਵੇਲੇ ਸਾਬਕਾ ਸੁਪਰੀਮ ਕੋਰਟ ਦੇ ਜਸਟਿਸ ਮੈਰੀ ਡਿਸਚੈਂਪਸ ਨੇ ਇਹ ਦੱਸਿਆ ਸੀ ਕਿ ਇਹਨਾਂ ਦੇ ਨਾਲ ਕੈਨੇਡੀਅਨ ਆਰਮਡ ਫੋਰਸਿਸ ਦੇ ਵਿੱਚ ਧੱਕਾ ਹੋ ਰਿਹਾ, ਉਸ ਵੇਲੇ ਤੋਂ ਲੈ ਕੇ ਅੱਜ 2022 ਦੇ ਵਿੱਚ ਵੀ ਰਿਪੋਰਟ ਇਹੀ ਕਹਿ ਰਹੀ ਕਿ ਹਾਂ ਧੱਕਾ ਹੋ ਰਿਹਾ। ਅਤੇ ਹੁਣ 420 ਪੇਜਾਂ ਦੀ ਰਿਪੋਰਟ ਦੇ ਵਿੱਚ 48 ਰੈਕਮੈਂਡੇਸ਼ਨ ਇਹਨੇ ਦਿੱਤੀਆਂ ਕਿ ਆਹ ਕੰਮ ਇਹਦੇ ਲਈ ਹੋਣੇ ਚਾਹੀਦੇ ਆ, ਅਤੇ ਲੋਕ ਇਸ ਵੇਲੇ ਦੇਖ ਰਹੇ ਆ ਕਿ ਇਹ ਰੈਕਮੈਂਡੇਸ਼ਨ ਦੇ ਉੱਤੇ ਕਦੋਂ ਅਮਲ ਹੁੰਦਾ ਅਤੇ ਕਦੋਂ ਇੱਥੇ ਸਾਰਾ ਕੁਛ ਇਹਨਾਂ ਆਰਮਡ ਫੋਰਸਿਸ ਦੇ ਵਿੱਚ ਠੀਕ ਠਾਕ ਹੋਵੇਗਾ। ਕੋਵਿਡ ਖਤਮ ਹੋ ਚੁੱਕਾ ਲਗਭਗ ਦੁਨੀਆ ਤੋਂ, ਪਰ ਫਿਰ ਵੀ ਅਜੇ ਵੀ ਕੁਛ ਥਾਵਾਂ ਦੇ ਉੱਤੇ ਇਹ ਉਸੇ ਤਰ੍ਹਾਂ ਇਹਦਾ ਅਸਰ ਦੇਖਿਆ ਜਾ ਰਿਹਾ। ਬੀਜਿੰਗ ਦੇ ਵਿੱਚ ਇੱਕ ਵਿਅਕਤੀ ਨੂੰ ਕ੍ਰਿਮੀਨਲ ਇਨਵੈਸਟੀਗੇਸ਼ਨ ਉਹਦੀ ਕੀਤੀ ਜਾ ਰਹੀ ਆ ਕਿਉਂਕਿ ਉਹਨੇ ਹੋਮ ਆਈਸੋਲੇਸ਼ਨ ਦੇ ਜਿਹੜਾ ਉਹਦਾ ਮੈਂਡੇਟ ਸੀਗਾ ਉਹਨੂੰ ਤੋੜ ਦਿੱਤਾ।
ਤੇ ਅਥਾਰਟੀ ਦੱਸ ਰਿਹਾ ਕਿ 5000 ਹੋਰ ਜਿਹੜੇ ਨੇਬਰਹੁੱਡ ਦੇ ਵਿੱਚ ਨੇਬਰਰ ਸੀਗੇ ਉਹਨਾਂ ਨੂੰ ਗਵਰਨਮੈਂਟ ਕੁਆਰੰਟਾਈਨ ਦੇ ਵਿੱਚ ਜਾਣਾ ਪਿਆ ਸਿਰਫ ਇੱਕ ਇਸ ਵਿਅਕਤੀ ਦੀ ਗਲਤੀ ਕਰਕੇ। ਤੇ ਹੁਣ ਉਹਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਵੀ ਇਹਨੇ ਇਹ ਕੰਮ ਕੀਤਾ ਹੀ ਕਿਉਂ। ਇਹ ਵਿਅਕਤੀ ਜਿਹੜਾ ਬਾਅਦ ਦੇ ਵਿੱਚ ਕੋਵਿਡ ਤੋਂ ਪੋਜ਼ੀਟਿਵ ਆ ਗਿਆ, ਇਹ ਬੀਜਿੰਗ ਦੀ ਇਹ ਘਟਨਾ ਆ, ਚੀਨ ਦੀ ਰਾਜਧਾਨੀ ਤੇ ਜਿਹੜੀ ਸ਼ੰਘਾਈ ਦੇ ਵਿੱਚ ਚੀਨ ਦੀ ਰਾਜਧਾਨੀ ਬੀਜਿੰਗ ਤੇ ਸ਼ੰਘਾਈ ਦੇ ਵਿੱਚ ਇਹ ਰੈਸਟ੍ਰਿਕਸ਼ਨ ਜਦੋਂ ਲਾਗੂ ਹੋਈਆਂ ਉਹਦੇ ਤੋਂ ਬਾਅਦ ਦੱਸਦੇ ਆ ਕਿ 40ਵੇਂ ਉਮਰ ਦੇ 40ਵੇਂ ਸਾਲ ਦੇ ਵਿੱਚ ਇਹ ਵਿਅਕਤੀ ਆ, ਤੈਨੂੰ ਆਈਸੋਲੇਟ ਕਰਨ ਨੂੰ ਕਿਹਾ ਗਿਆ ਸੀ ਕਿ ਕਿਉਂਕਿ ਤੂੰ ਕਿਸੇ ਦੇ ਕੰਟੈਕਟ ਵਿੱਚ ਆ ਚੁੱਕਿਆ, ਤੁਸੀਂ ਜਾ ਕੇ ਉੱਥੇ ਆਈਸੋਲੇਟ ਕਰ ਲਓ। 23 ਮਈ ਨੂੰ ਕਿਹਾ ਗਿਆ ਸੀ, ਪਰ ਉਹ ਵਿਅਕਤੀ ਆਈਸੋਲੇਟ ਕਰਨ ਦੀ ਬਜਾਏ ਕਈ ਵਾਰੀ ਕਹਿੰਦੇ ਘਰ ਤੋਂ ਬਾਹਰ ਗਿਆ ਤੇ ਕਮਿਊਨਿਟੀ ਦੇ ਵਿੱਚ ਚਲੇ ਗਿਆ। ਉਹਦੇ ਤੋਂ ਬਾਅਦ ਜਦੋਂ ਟੈਸਟ ਕੀਤਾ ਗਿਆ ਤਾਂ ਇਹ ਵਿਅਕਤੀ ਕੋਵਿਡ ਪੋਜ਼ੀਟਿਵ ਆਇਆ। ਹੁਣ ਹੋਇਆ ਕਿ ਜਿੱਥੇ ਇਹ ਵਿਅਕਤੀ ਜਾ ਕੇ ਮਿਲਿਆ ਸੀ ਉਹਨਾਂ ਸਾਰਿਆਂ ਨੂੰ ਲਗਭਗ 5000 ਵਿਅਕਤੀਆਂ ਨੂੰ ਜਿਹੜੀਆਂ ਕੁਆਰੰਟੀਨ ਕਰਨਾ ਪਿਆ ਇਸ ਰੈਜ਼ੀਡੈਂਸ਼ੀਅਲ ਕਮਿਊਨਿਟੀ ਦੇ ਵਿੱਚ ਸਿਰਫ ਇਸ ਵਿਅਕਤੀ ਦੀ ਇਸ ਗਲਤੀ ਕਰਕੇ। ਤੁਹਾਨੂੰ ਇਹ ਵੀ ਪਤਾ ਆ ਕਿ ਚੀਨ ਇਸ ਵੇਲੇ ਵੀ ਕੋਵਿਡ ਦੇ ਨਾਲ ਲੜ ਰਿਹਾ ਹੈ। ਬਹੁਤ ਸਖਤ ਉਹਨਾਂ ਨੇ ਹਦਾਇਤਾਂ ਇਸ ਮਾਮਲੇ ਦੇ ਵਿੱਚ ਕੀਤੀਆਂ ਆ। ਜਿੱਥੇ ਕਿਤੇ ਵੀ ਆਊਟਬ੍ਰੇਕ ਹੋਈ ਹੈ ਉਹਨੂੰ ਤੋੜਨ ਦੇ ਲਈ, ਕੋਵਿਡ-19 ਦੀ ਉਹਨੂੰ ਖਤਮ ਕਰਨ ਦੇ ਲਈ ਉਹ ਯਤਨ ਕਰ ਰਹੇ ਆ। ਜ਼ੀਰੋ ਕੋਵਿਡ ਪਾਲਿਸੀ ਉਹਨਾਂ ਦੀ ਬਹੁਤ ਮਸ਼ਹੂਰ ਆ, ਜਿਹਦਾ ਬਹੁਤ ਸਾਰੀ ਆਲੋਚਨਾ ਵੀ ਹੋਈ ਆ। ਇਹਦਾ ਉੱਥੋਂ ਦੀ ਇਕੋਨਮੀ ਦੇ ਉੱਤੇ ਵੀ ਅਸਰ ਪਿਆ ਆ। ਸ਼ੰਘਾਈ ਦੇ ਵਿੱਚ ਖਾਸ ਕਰਕੇ ਉਹਨਾਂ ਦੇ ਲੀਡਰ ਜਿਹੜੇ ਸ਼ੀ ਜਿਨਪਿੰਗ ਆ, ਉਹਨਾਂ ਨੇ ਇਹ ਵੀ ਉਹ ਸਖਤ ਜਿਹੜੇ ਉੱਥੇ ਨਿਯਮ ਲਾਗੂ ਕੀਤੇ ਆ। ਇਸ ਚੀਜ਼ ਨੇ ਉੱਥੇ ਬਹੁਤ ਜ਼ਿਆਦਾ ਜਿਹੜੀ ਇੱਕ ਚਿੰਤਾ ਪੈਦਾ ਕੀਤੀ ਆ ਤੇ ਇਹ ਅਜੇ ਵੀ ਇਹਦੇ ਨਾਲ ਜਿਹੜਾ ਲੜ ਰਿਹਾ ਆ। ਦੂਜੇ ਪਾਸੇ ਜਦੋਂ ਅਸੀਂ ਅਮਰੀਕਾ ਦੇ ਵਿੱਚ ਦੇਖਦੇ ਹਾਂ ਤਾਂ ਅਮਰੀਕਾ ਦੇ ਵਿੱਚ ਵੀ ਜਿਹੜਾ ਮੈਮੋਰੀਅਲ ਡੇ ਲੰਘ ਕੇ ਗਿਆ ਕੱਲ੍ਹ, ਇਹਨੂੰ ਜਦੋਂ ਪਿਛਲੇ ਸਾਲ ਦੇ ਨਾਲ ਕੰਪੇਅਰ ਕਰਕੇ ਦੇਖਦੇ ਹਾਂ ਤਾਂ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ। ਹੋਣਾ ਤਾਂ ਇਹ ਚਾਹੀਦਾ ਸੀ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਕੇਸ ਜਿਹੜੇ ਬਹੁਤ ਘਟ ਜਾਣ ਕੋਵਿਡ ਦੇ, ਪਰ ਫਿਰ ਵੀ ਲਗਾਤਾਰ ਇਹ ਤੀਜਾ ਸਾਲ ਦਾ ਜਦੋਂ ਉਹਨਾਂ ਨੇ ਆਪਣਾ ਮੈਮੋਰੀਅਲ ਡੇ ਇਸ ਕੋਵਿਡ ਦੇ ਵਿੱਚ ਮਨਾਇਆ, ਜਦੋਂ ਮਤਲਬ ਇਸ ਵੇਲੇ ਸਮਰ ਦਾ ਅਨਅਫੀਸ਼ੀਅਲ ਸਟਾਰਟ ਵੀ ਹੋ ਚੁੱਕਾ ਤੁਸੀਂ ਕਹਿ ਸਕਦੇ ਹੋ। ਦੇਖਿਆ ਇਹ ਗਿਆ ਕਿ ਯੂਨਾਈਟਿਡ ਸਟੇਟਸ ਦੇ ਵਿੱਚ ਕੱਲ੍ਹ 1 ਲੱਖ ਨਵੀਂ ਇਨਫੈਕਸ਼ਨ ਆਈ ਹੈ, ਮਤਲਬ ਇੱਕ ਦਿਨ ਦੇ ਵਿੱਚ ਲੱਖ ਕੇਸ ਆਇਆ। ਤੇ ਪਿਛਲੇ ਸਾਲ ਮੈਮੋਰੀਅਲ ਡੇ ਵਾਲੇ ਦਿਨ ਜਿਹੜਾ ਉੱਥੇ 20,000 ਦੇ ਨੇੜੇ ਤੇੜੇ ਕੇਸ ਸੀਗੇ। ਸੋ 5 ਗੁਣਾ ਪਿਛਲੇ ਸਾਲ ਨਾਲੋਂ ਜ਼ਿਆਦਾ ਕੇਸ ਸਾਹਮਣੇ ਆਏ ਆ। ਇਹ ਵੀ ਤੁਹਾਨੂੰ ਪਤਾ ਕਿ ਇਸ ਸਾਲ ਦੇ ਸ਼ੁਰੂ ਵਿੱਚ ਅਮਰੀਕਾ ਦੇ ਵਿੱਚ ਕੇਸ ਵੱਧਦੇ ਇੱਥੇ ਤੱਕ ਚਲੇ ਗਏ ਸੀ ਕਿ 9 ਲੱਖ ਜਾਂ 900,000 ਜਾਂ ਮਿਲੀਅਨ ਦੇ ਨੇੜੇ ਤੇੜੇ ਵੀ ਗਿਣਤੀ ਚਲੇ ਗਈ ਸੀ, ਜਿਹੜੀ ਕਿ ਘਟ ਕੇ ਹੁਣ ਲੱਖ ਦੇ ਉੱਤੇ ਆ ਗਈ ਹੈ। ਪਰ ਜਦੋਂ ਇਹਨੂੰ ਪਿਛਲੇ ਸਾਲ ਦੇ ਨਾਲ ਇਹਦਾ ਮੁਕਾਬਲਾ ਕਰਕੇ ਦੇਖਦੇ ਹਾਂ ਤਾਂ ਫਿਰ ਇਹ ਗੱਲਬਾਤ ਸਾਹਮਣੇ ਆਉਂਦੀ ਹੈ ਕਿ ਉਸ ਸਾਲ ਦੇ ਹਿਸਾਬ ਨਾਲ ਇਸ ਵੇਲੇ ਜਿਹੜਾ ਇਹ ਕੇਸਿਸ ਨੇ ਇਹ ਜਿਹੜੇ ਵਧੇ ਆ, 5 ਗੁਣਾ ਵਧੇ ਆ ਜੇ ਮੈਮੋਰੀਅਲ ਡੇ 2021 ਨੂੰ 2022 ਦੇ ਨਾਲ ਕੰਪੇਅਰ ਕੀਤਾ ਜਾ ਰਿਹਾ। ਕੋਵਿਡ ਤੋਂ ਬਾਅਦ ਏਅਰਪੋਰਟ ਦੇ ਉੱਤੇ ਲੋਕਾਂ ਦਾ ਆਉਣਾ ਜਾਣਾ ਵਧਿਆ ਤੇ ਇਹਦੇ ਨਾਲ ਸਟਾਫ ਦੀ ਸ਼ਾਰਟੇਜ ਉੱਥੇ ਪਹਿਲਾਂ ਹੋਣ ਕਰਕੇ, ਲੋਕਾਂ ਦੀ ਗਿਣਤੀ ਵਧਣ ਕਰਕੇ ਏਅਰਪੋਰਟਸ ਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਦੇਰੀ ਹੋ ਰਹੀ ਹੈ। ਫੈਡਰਲ ਸਰਕਾਰ ਨੂੰ ਬੇਨਤੀ ਇਹ ਕੀਤੀ ਗਈ ਹੈ ਕੈਨੇਡਾ ਦੇ ਵਿੱਚ ਕਿ ਕੁਛ ਨਾ ਕੁਛ ਕਰੋ, ਜਿਹੜੀ ਇਹਨਾਂ ਏਅਰਪੋਰਟਸ ਦੇ ਉੱਤੇ ਦੇਰੀ ਹੋ ਰਹੀ ਹੈ ਇਹਦੇ ਤੋਂ ਲੋਕਾਂ ਨੂੰ ਛੁਟਕਾਰਾ ਮਿਲ ਸਕੇ। ਲੌਂਗ ਵੇਟ ਟਾਈਮਸ ਆ, ਡਿਲੇਜ਼ ਨੇ ਕੈਨੇਡਾ ਦੀਆਂ ਏਅਰਪੋਰਟਸ ਦੇ ਉੱਤੇ। ਇਹ ਮੰਗ ਕੀਤੀ ਜਾ ਰਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਠੀਕ ਠਾਕ ਕਰਨ ਦੇ ਲਈ ਕੀਤਾ ਜਾਵੇ। ਖਾਸ ਕਰ ਮਿਸੀਸਾਗਾ ਤੋਂ ਰਿਪੋਰਟਸ ਆ ਰਹੀਆਂ ਕਿ ਉੱਥੋਂ ਦੇ ਮੇਅਰ ਨੇ ਕਿਹਾ ਕਿ ਤੁਸੀਂ ਜਿਹੜਾ ਗ੍ਰੇਟਰ ਟੋਰਾਂਟੋ ਏਅਰਪੋਰਟ ਅਥਾਰਟੀ ਨੂੰ ਕਿ ਤੁਸੀਂ ਇਹਨਾਂ ਡਿਲੇਜ਼ ਨੂੰ ਰੋਕਣ ਦੀ ਕੋਸ਼ਿਸ਼ ਕਰੋ, ਕਿਉਂਕਿ ਸਟਾਫ ਦੀ ਬਹੁਤ ਜ਼ਿਆਦਾ ਸ਼ਾਰਟੇਜ ਪੈਂਡੈਮਿਕ ਤੋਂ ਬਾਅਦ ਆ ਰਹੀ ਆ। ਕਦੇ ਚਾਹੇ ਆਪਣੀਆਂ ਪਾਲਿਸੀਜ਼ ਚੇਂਜ ਕਰੋ ਜਾਂ ਇੱਥੇ ਹੋਰ ਲੋਕਾਂ ਨੂੰ ਲਿਆਓ, ਜੋ ਮਰਜ਼ੀ ਕਰਕੇ ਇਹਨਾਂ ਏਅਰਪੋਰਟਸ 'ਤੇ ਹੋ ਰਹੀ ਦੇਰੀ ਨੂੰ ਘਟਾਇਆ ਜਾਵੇ। ਫੈਡਰਲ ਸਰਕਾਰ ਨੂੰ ਲਗਾਤਾਰ ਉਹਨਾਂ ਨੇ ਕਿਹਾ ਕਿ ਕੁਛ ਨਾ ਕੁਛ ਪਲਾਨ ਇਹਦੇ ਲਈ ਕੈਨੇਡੀਅਨ ਏਅਰ ਟਰਾਂਸਪੋਰਟ ਸਿਕਿਉਰਿਟੀ ਅਥਾਰਟੀ ਜਿਹੜੀ ਹੈਗੀ ਆ ਉਹਦੇ ਲਈ, ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਵੀ ਕਿਹਾ ਕਿ ਇਹਦੇ ਲਈ ਕੁਛ ਨਾ ਕੁਛ ਕੀਤਾ ਜਾਵੇ। ਏਅਰਪੋਰਟਸ ਦੇ ਉੱਤੇ ਲਗਾਤਾਰ ਦੇਰੀ ਹੋ ਰਹੀ ਆ, ਲੋਕ ਪਰੇਸ਼ਾਨ ਹੋ ਰਹੇ ਆ। ਜਿਹੜੀ ਕੈਨੇਡੀਅਨ ਏਅਰ ਟਰਾਂਸਪੋਰਟ ਸਿਕਿਉਰਿਟੀ ਅਥਾਰਟੀ ਆ, ਜਿਹੜੀ ਇਹਨਾਂ ਏਅਰਪੋਰਟ ਸਿਕਿਉਰਿਟੀ ਸਕਰੀਨਿੰਗ ਨੂੰ ਮੈਨੇਜ ਕਰਦੀ, ਉਹਨਾਂ ਨੂੰ ਕੁਛ ਕਿਹਾ ਕਿ ਤੁਸੀਂ ਇਹਨੂੰ ਟਾਈਮ ਨੂੰ ਕਿਸੇ ਨਾ ਕਿਸੇ ਤਰ੍ਹਾਂ ਘਟਾ ਦਿੱਤਾ ਜਾਵੇ ਔਰ ਉੱਥੇ ਹੋਰ ਆਫੀਸਰ ਰੱਖੇ ਜਾਣ ਤਾਂ ਕਿ ਏਅਰਪੋਰਟ ਦੇ ਉੱਤੇ ਜਿਹੜੀ ਦੇਰੀ ਹੋ ਰਹੀ ਆ ਉਹਦੇ ਵਿੱਚ ਕਮੀ ਹੋ ਸਕੇ। ਕਿਉਂਕਿ ਕਈ ਖਬਰਾਂ ਇਹਦੇ ਨਾਲ ਸੰਬੰਧਿਤ ਲੋਕਾਂ ਦੇ ਕੋਲ ਸਾਹਮਣੇ ਆਈਆਂ। ਪਿਛਲੇ ਹਫ਼ਤੇ 6000 ਤੋਂ ਜ਼ਿਆਦਾ ਟਰੈਵਲਰ ਜਿਹੜੇ ਆ ਉਹਨਾਂ ਨੇ ਘੰਟੇ ਤੋਂ ਜ਼ਿਆਦਾ ਪਲੇਨਸ ਦੇ ਵਿੱਚ ਜਿਹੜਾ ਏਅਰਪੋਰਟ ਦੇ ਉੱਤੇ ਉਡੀਕ ਕੀਤੀ ਆ ਤੇ ਲਗਾਤਾਰ ਉਹ ਜਿਹੜਾ ਸਮਾਂ ਆ ਉਡੀਕ ਦਾ ਉਹਦੇ ਵਿੱਚ ਜਿਹੜਾ ਵਾਧਾ ਹੁੰਦਾ ਜਾ ਰਿਹਾ। ਕਈ ਏਅਰਪੋਰਟ ਦੇ ਉੱਤੋਂ ਹੋਰ ਵੀ ਰਿਪੋਰਟਸ ਆ ਰਹੀਆਂ ਜਿਹਦੇ ਵਿੱਚ ਲੋਕਾਂ ਨੇ ਆਪਣੇ ਆਪਣੇ ਦੁੱਖ ਦੱਸਿਆ ਕਿ ਕੁਛ ਲੋਕ ਜਿਹੜੇ ਆ ਉਹ ਜਾ ਰਹੇ ਸੀ ਜਦੋਂ ਜਿਹੜੀਆਂ ਇਹ ਫਲਾਈਟਸ ਲੇਟ ਹੋਈਆਂ, ਉਹਨਾਂ ਦੇ ਲੇਟ ਹੋਣ ਨਾਲ, ਫਲਾਈਟਸ ਲੇਟ ਹੋਣ ਦੇ ਨਾਲ ਸਟਾਫ ਦੀ ਸ਼ਾਰਟੇਜ ਨਾਲ ਜਿਹੜੀਆਂ ਸਮੱਸਿਆਵਾਂ ਦਾ ਉਹਨਾਂ ਨੂੰ
ਸਾਹਮਣਾ ਕਰਨਾ ਪਿਆ। ਟੋਰਾਂਟੋ ਦੇ ਵਿੱਚ ਸ਼ੁੱਕਰਵਾਰ ਦੇ ਵਿੱਚ ਇਹ ਘਟਨਾ ਵਾਪਰੀ ਸੀ। 에ਅਰ ਕੈਨੇਡਾ ਦੀ ਫਲਾਈਟ ਜਿਹੜੀ ਆ ਉਹ ਡਿਲੇ ਹੋਈ ਸੀ 1 ਘੰਟਾ ਕੈਂਸਲ ਹੋਣ ਤੋਂ ਪਹਿਲਾਂ, ਤੇ ਉਹਦੇ ਤੋਂ ਬਾਅਦ ਉਹਨੂੰ ਰੀਬੁੱਕ ਕਰਨ ਦੇ ਲਈ ਕਹਿ ਦਿੱਤਾ, ਤੇ ਫੂਡ ਵਾਊਚਰ ਵੀ ਨਹੀਂ ਦਿੱਤੇ ਗਏ ਤੇ ਨਾ ਅਕਮੋਡੇਸ਼ਨ ਦਿੱਤੀ ਗਈ। ਜਿਹੜੀ ਇੱਕ ਔਰਤ ਉਹਦੇ ਵਿੱਚ ਦੱਸਦੀ ਆ ਕਿ ਉਹਨੇ ਆਪਣੇ ਵਿਆਹ ਦੇ ਉੱਤੇ ਫੀਨਿਕਸ ਜਾਣਾ ਸੀ, ਸੈਟਰਡੇ ਨੂੰ ਪਹੁੰਚਣਾ ਸੀ। ਫਲਾਈਟ ਕਿਉਂਕਿ ਲੇਟ ਹੋ ਗਈ, ਫਲਾਈਟ ਲੇਟ ਹੋਣ ਦੇ ਕਰਕੇ ਉਹ ਆਪਣੇ ਵਿਆਹ ਦੇ ਉੱਤੇ ਸਮੇਂ ਸਿਰ ਨਹੀਂ ਪਹੁੰਚ ਸਕੀ। 24 ਘੰਟੇ ਦੇ ਲਈ ਉਹਨੂੰ ਜਿਹੜਾ ਦੇਰ ਕਰ ਦਿੱਤੀ ਵੀ ਕੱਲ੍ਹ ਨੂੰ ਇਹ ਫਲਾਈਟ ਜਾਊਗੀ, ਅੱਜ ਇਹ ਫਲਾਈਟ ਜਾਣੀ ਨਹੀਂ ਆ। ਦੱਸਦੇ ਆ ਕਿ ਉਹਦੇ ਵਿੱਚ ਫਲਾਈਟ ਅਟੈਂਡੈਂਟ ਨੂੰ ਕੋਈ ਦਿੱਕਤ ਆ ਗਈ, ਉਹਦੀ ਕੋਈ ਸਿਹਤ ਦੇ ਨਾਲ ਸੰਬੰਧਿਤ ਸਮੱਸਿਆ ਆ ਗਈ, ਅਨਾਊਂਸਮੈਂਟ ਕਰ ਦਿੱਤੀ ਗਈ ਕਿਉਂਕਿ ਫਲਾਈਟ ਅਟੈਂਡੈਂਟ ਠੀਕ ਨਹੀਂ ਹੈ, ਇਸ ਕਰਕੇ ਅਸੀਂ ਉਹ ਕਹਿੰਦੇ ਚੈੱਕਅਪ ਕਰ ਰਹੇ ਹਾਂ। ਫਿਰ ਕਹਿੰਦੇ ਠੀਕ ਆ, ਹੁਣ ਅਸੀਂ ਇਹਨੂੰ ਜਹਾਜ਼ ਨੂੰ ਲੈ ਕੇ ਜਾਵਾਂਗੇ। ਉਹਦੇ ਤੋਂ ਬਾਅਦ ਫਿਰ ਕਹਿੰਦੇ ਵੀ ਨਹੀਂ ਉਹ ਠੀਕ ਨਹੀਂ ਆ, ਤੇ ਇਸ ਵੇਲੇ ਦੂਜੀ ਫਲਾਈਟ ਅਟੈਂਡੈਂਟ ਇਸ ਵੇਲੇ ਆਉਣੀ ਮੁਸ਼ਕਲ ਆ ਰਾਤ ਨੂੰ 12:30 ਵਜੇ, ਤੇ ਉਹ ਵੀ ਕਸਟਮ ਕਲੀਅਰ ਕਰਕੇ ਇੰਨੇ ਕੁ ਸਮੇਂ ਦੇ ਵਿੱਚ ਉਹ ਕਹਿੰਦੇ ਉਹਨੂੰ ਅਸੀਂ ਜਹਾਜ਼ ਦੇ ਵਿੱਚ ਲੈ ਆਈਏ, ਇਹ ਪੋਸੀਬਲ ਨਹੀਂ ਆ। ਤੇ ਹੋਇਆ ਇਹ ਕਿ ਉਹ ਫਲਾਈਟ ਕੈਂਸਲ ਕਰਕੇ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਕੱਲ੍ਹ ਨੂੰ ਫਿਰ ਐਸੇ ਫਲਾਈਟ ਦੇ ਵਿੱਚ ਜਾਓ। 24 ਘੰਟੇ ਫਲਾਈਟ ਦੇ ਵਿੱਚ ਦੇਰੀ ਹੋਈ ਹੈ। ਸਮੱਸਿਆ ਇਕੱਲੀ ਕੈਨੇਡਾ ਦੇ ਵਿੱਚ ਨਹੀਂ, ਅਮਰੀਕਾ ਦੇ ਵਿੱਚ ਵੀ ਨਾਲ ਹੀ ਸਮੱਸਿਆ ਆ। ਜਿਹੜਾ ਮੈਮੋਰੀਅਲ ਵੀਕਐਂਡ ਸੀ ਇਹਦੇ ਤੋਂ ਪਹਿਲਾਂ ਬਹੁਤ ਸਾਰੀਆਂ ਫਲਾਈਟਸ ਅਮਰੀਕਾ ਦੇ ਵਿੱਚ ਵੀ ਕੈਂਸਲ ਹੋਈਆਂ ਕਿਉਂਕਿ ਸਟਾਫ ਘੱਟ ਆ। ਟਰੈਵਲ ਕਰਨ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।